ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਨਿੱਘਾ ਸਵਾਗਤ। ਮੈਂ ਨਵਜੀਤ ਹਾਜ਼ਰ ਹਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਲੈ ਕੇ। ਤੁਹਾਨੂੰ ਪਤਾ ਹੀ ਹੈ ਇਸ ਪ੍ਰੋਗਰਾਮ ਵਿੱਚ ਦੇਸ਼ ਦੁਨੀਆ ਦੀਆਂ ਖਬਰਾਂ ਤੇ ਚਰਚਾ ਕਰਦੇ ਹਾਂ। ਭਖਤੇ ਮਸਲੇ, ਰਾਜਨੀਤੀ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਖਬਰ ਤੇ ਚਰਚਾ ਕੀਤੀ ਜਾਂਦੀ ਹੈ। ਕੱਲ ਦਾ ਜਿਹੜਾ ਮਸਲਾ ਸਭ ਤੋਂ ਗੰਭੀਰ ਹੈ ਉਹ ਮਨੀਸ਼ ਸਿਸੋਦੀਆ ਨੂੰ ਲੈ ਕੇ ਹੈ, ਕਿਉਂਕਿ ਘਰ ਤੇ ਦਫ਼ਤਰਾਂ ਵਿੱਚ CBI ਨੇ ਰੇਡ ਮਾਰੀ ਹੈ ਤੇ ਹੁਣ ED ਨੇ ਵੀ ਤਿਆਰੀ ਫੜ ਲਈ ਹੈ। ਉਧਰਲੇ ਪਾਸੇ ਕਿਸਾਨ ਇੱਕ ਵਾਰ ਫਿਰ ਤੋਂ ਠੱਗੇ ਗਏ ਹੈ। ਕਹਿੰਦੇ ਨਕਲੀ ਬੀਜ ਉਹਨਾਂ ਨੂੰ ਧੜਾ-ਧੜ ਵੇਚੇ ਗਏ ਤੇ ਨਜਾਇਜ਼ ਜ਼ਮੀਨਾਂ ਦਾ ਰਿਕਾਰਡ ਸਰਕਾਰ ਤੌਰ ਤੇ ਕਹਿੰਦੇ ਗਾਇਬ ਹੀ ਹੋ ਗਿਆ। ਅਸਲ ਕਹਾਣੀ ਕੀ ਹੈ, ਸਾਰੇ ਗੱਲਾਂ ਤੇ ਚਰਚਾ ਕਰਦੇ हैं। पर सब तो पहला पन्नू साहब का स्वागत। पन्नू साहब स्वागत जी, सत श्री अकाल जी। जी शुक्रिया नवजीत जी, सत श्री अकाल। पन्नू साहब घपले ते घपला ठा कपड़ा, हर रोज़ घपले सामने आ रहे हैं। CBI ने उधर रेड मारी है मनीष सिसोदिया के घर, छापेमारी की है। हुण अगली कार्रवाई कहते ED करन नूं तैयार बैठी है। आम आदमी पार्टी की गल करिए तो अरविंद केजरीवाल कहते हैं कि असीं काम कीते है ते विरोधी सज तो मचते पे है। ਇਹ ਸਾਰੀਆਂ ਗੱਲਾਂ ਜੇਕਰ ਇਕੱਠੀਆਂ ਦੇਖੀਆਂ ਜਾਣ ਤਾਂ ਤੁਸੀਂ ਕਿਵੇਂ ਦੇਖਦੇ ਹੋ ਜੋ ਰੇਡ ਮਾਰੀ ਆ? ਵਾਕਈ 2024 ਦੀਆਂ ਚੋਣਾਂ ਆ ਰਹੀਆਂ ਨੇ, ਪਾਰਟੀ ਚੜ੍ਹਦੀ ਪਈ ਇਸ ਕਰਕੇ ਜਾਂ ਹੋਰ ਕਾਰਨ ਕੋਈ? ਨਵਜੀਤ ਜੀ, ਇਹਨਾਂ ਕੰਮ ਕੀਤੇ ਉਹ ਮੱਚਦੇ, ਉਹਨਾਂ ਵੀ ਤਾਂ ਕੰਮ ਕੀਤੇ ਮੱਚਦੇ ਹੋਣਗੇ। ਬਿਲਕੁਲ ਜੀ। ਰਾਜਨੀਤੀ ਵਿੱਚ ਹਰ ਕੋਈ ਆਪਣੇ ਕੰਮ ਗਿਣਾ ਸਕਦਾ ਤੇ ਵਿਰੋਧੀਆਂ ਨੂੰ ਕਹਿ ਸਕਦਾ ਮੱਚਦੇ ਜੀ। ਸਵਾਲ ਇਹ ਹੈ ਕਿ ਪੋਲੀਟੀਕਲ ਕਲਚਰ ਕਿਸ ਤਰ੍ਹਾਂ ਦਾ ਕਿ ਆਪਣੇ ਵਿਰੋਧੀਆਂ ਨੂੰ ਬਰਦਾਸ਼ਤ ਹੀ ਨਾ ਕਰੋ, ਉਹਨਾਂ 'ਤੇ ਕੇਸ ਬਣਾਉਣੇ ਸ਼ੁਰੂ ਕਰ ਦਿਓ। ਇਹ ਖੇਡਾਂ ਅਸੀਂ ਬੜੀ ਵਾਰ ਵੇਖੀਆਂ ਹੋਈਆਂ। ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਸੀ, ਆਪਣੇ ਵਿਰੋਧੀਆਂ 'ਤੇ ਕੀ ਕੇਸ ਨਹੀਂ ਸੀ ਬਣਾਏ, ਹਰ ਕਿਸਮ ਦੇ ਪੁੱਠੇ ਕੇਸ ਬਣਾਏ ਸੀ। ਜਦੋਂ ਬਾਅਦ ਵਿੱਚ ਮੁਰਾਰਜੀ ਦੇਸਾਈ ਦੀ ਸਰਕਾਰ ਆ ਗਈ ਤੇ ਉਹਨਾਂ ਨੇ ਕਿਹੜੀ ਇੰਦਰਾ ਗਾਂਧੀ ਨਾਲ ਘੱਟ ਕੀਤੀ ਸੀ। ਅਸਾਮ ਵਿੱਚ ਕੇਸ ਬਣਾਇਆ ਸੀ ਕਿ ਯੂਥ ਕਾਂਗਰਸ ਦੀ ਰੈਲੀ ਹੋਈ ਹੈ ਜਿਹਦੇ ਵਿੱਚ ਕਾਂਗਰਸ ਦੀ ਪ੍ਰਧਾਨ ਦਿੱਲੀ ਤੋਂ ਆਈ ਹੈ ਤੇ ਉਹ ਬੋਲੀ ਹੈ ਤੇ ਜਾਣ ਲੱਗਿਆ ਯੂਥ ਕਾਂਗਰਸੀਆਂ ਨੇ ਰੇਹੜੀ ਤੋਂ ਛੋਲੇ ਤੇ ਕੁਲਚੇ ਲੁੱਟ ਕੇ ਖਾਧੇ ਆ, ਕਿਉਂਕਿ ਭੀੜ ਇੰਦਰਾ ਗਾਂਧੀ ਦੇ ਸੱਦੇ ਤੇ ਆਈ ਸੀ। ਉਹਦਾ ਨਾਂ ਦੋਸ਼ੀਆਂ 'ਚ ਲਿਖ ਦਿੱਤਾ, 3-4 ਵਾਰੀਆਂ ਦੀ ਪ੍ਰਧਾਨ ਮੰਤਰੀ, ਤੇ ਕੇਸ ਬਣਾਤਾ ਛੋਲੇ ਕੁਲਚੇ ਖੋਹ ਕੇ ਖਾਣ ਦਾ। ਇਹਨੇ ਬਣਾਇਆ ਸੀ। ਜਦੋਂ ਬਾਅਦ ਵਿੱਚ ਇੰਦਰਾ ਗਾਂਧੀ ਆ ਗਈ ਤੇ ਫਿਰ ਰਾਜੀਵ ਗਾਂਧੀ ਆ ਗਿਆ ਜੀ, ਉਹਨੇ ਕਿਹੜੀ ਘੱਟ ਕੀਤੀ। ਸਾਬਕਾ ਮੰਤਰੀ ਸੀਗਾ VP ਸਿੰਘ, ਉਹਦੇ ਪੁੱਤਰ ਦੇ ਉੱਤੇ ਪੁੱਠੇ ਸਿੱਧੇ ਕੇਸ ਬਣਾਏ। ਬਾਅਦ 'ਚ ਇਹ ਹਾਰ ਗਿਆ, VP ਸਿੰਘ ਪ੍ਰਧਾਨ ਮੰਤਰੀ ਬਣ ਗਿਆ। ਜਿੱਦਣ ਉਹਨੇ ਸਹੁੰ ਚੁੱਕੀ ਰਾਸ਼ਟਰਪਤੀ ਭਵਨ 'ਚ ਦਰਬਾਰ ਹਾਲ 'ਚ ਸਹੁੰ ਚੁੱਕਣ ਤੋਂ ਬਾਅਦ ਜਦੋਂ ਸਾਰੇ ਕੌਫੀ ਪੀਂਦੇ ਪਏ ਸੀ, ਇੱਕ ਨੌਜਵਾਨ ਨੇ ਆ ਕੇ ਰਾਜੀਵ ਗਾਂਧੀ ਨੂੰ ਨਮਸਤੇ ਕੀਤੀ, ਦੋਵਾਂ ਹੱਥ ਮਿਲਾਇਆ। ਕਹਿੰਦਾ ਮੈਨੂੰ ਪਛਾਣਿਆ ਜੀ? ਕਿ ਨਹੀਂ। ਕਹਿੰਦਾ ਮੈਂ ਪ੍ਰਧਾਨ ਮੰਤਰੀ VP ਸਿੰਘ ਦਾ ਉਹ ਪੁੱਤਰ ਅਜੇ ਸਿੰਘ ਹੈ ਜਿਹਦੇ ਖਿਲਾਫ ਤੁਸੀਂ ਕੇਸ ਬਣਾਏ ਸੀ। ਤੇ ਰਾਜੀਵ ਗਾਂਧੀ ਦੇ ਦੰਦ ਜੁੜ ਗਏ ਸੀ। ਹੁਣ ਅੱਜ ਕੱਲ੍ਹ ਇਹੋ ਕੁਝ ਕਰਦੇ ਪਏ, ਜਿੱਦਾਂ ਇਹ ਕੇਸ ਬਣਾ ਰਹੇ ਆ। ਅਰਵਿੰਦ ਕੇਜਰੀਵਾਲ ਦੇ ਇੱਕ ਮੰਤਰੀ ਸਤਿੰਦਰ ਜੈਨ ਤੇ ਪਹਿਲਾਂ ਕੇਸ ਬਣਾਏ। ਸਾਡੇ ਵਰਗੇ ਵੀ ਕਹਿੰਦੇ ਸੀ ਕਿ ਉਹ ਮੰਤਰੀ ਬਣਨ ਤੋਂ ਪਹਿਲਾਂ 4-5 ਕੰਪਨੀਆਂ 'ਚ ਸ਼ਾਮਲ ਰਿਹਾ, ਉਸ ਤੋਂ ਬਾਅਦ ਉਹਦਾ ਪਰਿਵਾਰ ਕੰਪਨੀਆਂ ਚਲਾਉਂਦਾ, ਕੁਝ ਕੀਤਾ ਹੋਊ। ਹੁਣ ਮਨੀਸ਼ ਸਿਸੋਦੀਆ ਤੇ ਭਲਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਕਰ ਦੇਣਗੇ। ਕਿਸੇ ਦੇ ਉੱਤੇ ਕੇਸ ਬਣਾਉਣਾ ਭਾਰਤ ਵਿੱਚ ਕੋਈ ਔਖਾ ਨਹੀਂ ਜੀ। ਤੁਹਾਡੇ ਦਰਵਾਜ਼ੇ ਦੇ ਬਾਹਰ ਭਲਕੇ ਗਲੀ 'ਚ ਇੱਕ ਜਣਾ ਟੁੱਟਾ ਜਿਹਾ ਮੋਟਰਸਾਈਕਲ ਰੱਖ ਜਾਵੇ, ਤੁਸੀਂ ਆਖੋਗੇ ਹੋਊ ਕਿਸੇ ਦਾ ਪਿਆ, ਮੈਨੂੰ ਕੀ, ਗਲੀ 'ਚ ਹੀ ਆ। 2 ਘੰਟੇ ਬਾਅਦ ਪੁਲਿਸ ਵਾਲੇ ਆ ਕੇ ਆਖਣ ਵੀ ਇਹ ਮੋਟਰਸਾਈਕਲ ਤਾਂ ਉਹ ਅਬੋਹਰ ਤੇ ਸ੍ਰੀ ਗੰਗਾ ਨਗਰ, ਜਿੱਥੇ ਦੋਵੇਂ ਪੰਜਾਬ ਤੇ ਰਾਜਸਥਾਨ ਮਿਲਦੇ ਆ, ਉੱਥੋਂ ਉਸ ਬੈਰੀਅਰ ਦੇ ਲਾਗਿਓਂ ਚੋਰੀ ਹੋਇਆ ਤੇ ਤੇਰੇ ਘਰੋਂ ਫੜਿਆ ਗਿਆ। ਬਾਅਦ ਵਿੱਚ ਭਾਵੇਂ ਅਦਾਲਤ ਬਰੀ ਹੋ ਕਰ ਦੇਵੇ, 4-5 ਸਾਲ ਤੱਕ ਕਿਤੇ ਨਹੀਂ ਗਿਆ। ਕਚਹਿਰੀਆਂ ਦੇ ਬੈਂਚਾਂ 'ਤੇ ਜਾ ਕੇ ਬਹਿਣਾ ਪਵੇਗਾ, ਵਕੀਲਾਂ ਦੇ ਤਰਲੇ ਕਰਨੇ ਪੈਣਗੇ, ਪੁਲਿਸ ਦਾ ਰਿਮਾਂਡ ਵੀ ਕੱਟਣਾ ਪਏਗਾ, ਜ਼ਮਾਨਤ ਔਖੀ ਹੋਵੇਗੀ ਜੀ। ਸਾਡੇ ਪੰਜਾਬ ਵਿੱਚ ਤਾਂ ਇੱਕ ਇਹ ਵੀ ਮਿਸਾਲ ਹੈ ਕਿ ਰਾਏਕੋਟ ਦੇ ਵਿੱਚੋਂ ਇੱਕ ਵਾਰੀ ਇੱਕ ਮੁੰਡਾ ਗਵਾਚ ਗਿਆ, ਲੱਭੇ ਨਾ। ਫਿਰ ਇੱਕ ਲਾਸ਼ ਲੱਭੀ, ਘਰਦਿਆਂ ਨੇ ਆਖਿਆ ਪੁੱਤਰ ਸਾਡਾ ਹੈ, ਮਾਰ ਦਿੱਤਾ, ਸ਼ਰੀਕਾ ਮਾਰਿਆ। ਸ਼ਰੀਕਾਂ ਨੂੰ ਪੁਲਿਸ ਨੇ ਚੁੱਕ ਲਿਆ, ਕੁੱਟਿਆ। ਕੁੱਟਣ ਤੋਂ ਬਾਅਦ ਉਹਨਾਂ ਨੂੰ ਮਨਾ ਲਿਆ ਕਿ ਕਤਲ ਕੀਤਾ ਤੇ ਉਹ ਮੰਨ ਗਏ। ਗਵਾਹੀਆਂ ਪਰਿਵਾਰ ਨੇ ਵੀ ਠੋਕ ਕੇ ਦਿੱਤੀਆਂ, ਪੁਲਿਸ ਨੇ ਵੀ 10-10 ਸਾਲ ਸਜ਼ਾ ਹੋ ਗਈ, ਕੱਟ ਕੇ ਆਏ ਤੇ ਪਰਿਵਾਰ ਸਾਰਾ ਮੱਥਾ ਟੇਕਣ ਅਨੰਦਪੁਰ ਸਾਹਿਬ ਚਲਾ ਗਿਆ। ਲੁਧਿਆਣੇ ਤੋਂ ਉਹ ਵਾਇਆ ਨਵਾਂ ਸ਼ਹਿਰ ਜਦੋਂ ਜਾਂਦੇ ਪਏ ਸੀ, ਸੜਕਾਂ ਉੱਧਰੋਂ ਟੁੱਟੀਆਂ ਸੀ, ਇੱਧਰ ਦੀ ਹੋ ਗਏ ਜੀ। ਬਲਾਚੌਰ ਅੱਡੇ 'ਚ ਚਾਹ ਪੀਣ ਵਾਸਤੇ ਰੁਕੇ
ਤੇ ਨਾਲ ਦੀ ਵਰਕਸ਼ਾਪ ਦੇ ਉੱਤੇ ਮੁੰਡਾ ਖਲੋਤਾ, ਉਹਨਾਂ ਪਛਾਣ ਲਿਆ ਤੇ ਉਹ ਆ ਜਿਹਨੂੰ ਮਰ ਗਿਆ ਕਹਿੰਦੇ ਸੀ। ਉਹਨਾਂ ਨੇ ਚਾਰਜ ਫਿਰ ਉਹ ਬਾਹਾਂ ਤੋਂ ਫੜਿਆ, ਪੁਲਿਸ ਸੱਦ ਲਈ, ਆਖਿਆ ਜੀ ਆਹ ਬੰਦਾ ਤੇ ਮਰ ਗਿਆ ਸੀ, ਇਹਦੇ ਕਤਲ 'ਚ ਅਸੀਂ 10-10 ਸਾਲ ਕੈਦ ਕੱਟੀ ਆ ਤੇ ਇੱਥੇ ਖਲੋਤਾ। ਫਿਰ ਉਹ ਪੁਲਿਸ ਵਾਲੇ ਜਿਨ੍ਹਾਂ ਕੇਸ ਬਣਾਇਆ ਸੀ ਉਹ ਕਹਿਣ ਜੀ ਮੁੰਡੇ ਦੇ ਘਰਦਿਆਂ ਨੇ ਕਹਿ ਕੇ ਕੇਸ ਬਣਵਾਤਾ, ਸਾਡਾ ਕਸੂਰ ਨਹੀਂ। ਘਰ ਦੇ ਕਹਿਣ ਜੀ ਮੁੰਡਾ ਲੱਭਦਾ ਨਹੀਂ ਸੀ, ਮੁੰਡੇ ਵਰਗੀ ਲਾਸ਼ ਲੱਭੀ, ਅਸੀਂ ਗਲਤੀ ਨਾਲ ਪਛਾਣ ਬੈਠੇ। ਮੁੰਡਾ ਆਖੇ ਜੀ ਸ਼ਰੀਕਾਂ ਦੇ ਛਿੱਤਰਾਂ ਤੋਂ ਡਰਦਾ ਮੈਂ ਭੱਜ ਕੇ ਬਾਲਾਚੌਰ ਆ ਗਿਆ ਸਾਂ ਤੇ ਉਦੋਂ ਬਾਅਦ ਮੈਂ ਮਾਪਿਆਂ ਨੂੰ ਵੀ ਦੱਸਿਆ ਨਹੀਂ, ਤਾਂ ਇਹ ਗਲਤੀ ਹੋਈ ਹੈ। ਉਹ ਕੇਸ ਹਾਈ ਕੋਰਟ ਤੱਕ ਵੀ ਗਿਆ, ਸੁਪਰੀਮ ਕੋਰਟ ਤੱਕ ਵੀ ਗਿਆ ਸੀ। ਇਸ ਭਾਰਤ ਵਿੱਚ ਕੀ ਨਹੀਂ ਹੋ ਸਕਦਾ ਜੀ। ਵੱਡੀ ਗੱਲ ਇਹ ਹੈ ਕਿ ਕੱਲ੍ਹ ਅਮਰੀਕਾ ਦੇ ਨਿਊਯਾਰਕ ਟਾਈਮਸ ਦੇ ਪਹਿਲੇ ਸਫ਼ੇ ਦੇ ਉੱਤੇ ਮਨੀਸ਼ ਸਿਸੋਦੀਆ ਬਾਰੇ ਲੇਖ ਛਪਿਆ। ਬਿਲਕੁਲ। ਤੇ 2-3 ਘੰਟਿਆਂ ਬਾਅਦ ਹੀ ਕੱਲ੍ਹ ਪੁਲਿਸ ਨੇ ਕਾਰਵਾਈ ਕਰਕੇ ਉਹਦੇ ਘਰਾਂ ਤੇ ਦਫ਼ਤਰਾਂ ਤੇ ਉਹਦੇ ਨਾਲ ਦੇ ਅਫਸਰਾਂ ਤੇ ਸਾਰਿਆਂ ਤੇ ਰੇਡ ਕਰਨੇ ਸ਼ੁਰੂ ਕਰਤੇ। ਜਦੋਂ ਆਮ ਆਦਮੀ ਪਾਰਟੀ ਨੇ ਆਖਿਆ ਕਿ ਇਹਨਾਂ ਤੋਂ ਜਰਿਆ ਨਹੀਂ ਗਿਆ ਤੇ ਕਹਿੰਦੇ ਨਿਊਯਾਰਕ ਟਾਈਮਸ ਦੀ ਕਾਹਦੀ ਰਿਪੋਰਟ ਹੈ, ਉਹ ਤੇ ਪੇਡ ਨਿਊਜ਼ ਆ, ਯਾਨੀ ਪੈਸੇ ਦੇ ਕੇ ਲਵਾਈ ਗਈ ਹੈ। ਨਿਊਯਾਰਕ ਟਾਈਮਸ ਦਾ ਬੜਾ ਤਿੱਖਾ ਰਿਐਕਸ਼ਨ ਆਇਆ ਕਿ ਸਾਡੇ ਇੱਥੇ ਇਹ ਕੰਮ ਨਹੀਂ ਚੱਲਦਾ, ਸਾਡੇ ਬੰਦਿਆਂ ਜਾ ਕੇ ਲਿਆਂਦੀ ਹੈ। ਨਿਊਯਾਰਕ ਟਾਈਮਸ ਦੇ ਉੱਤੇ ਅਜੇ ਇੱਦਾਂ ਦੀਆਂ ਪੇਡ ਨਿਊਜ਼ ਦੇ ਦੋਸ਼ ਨਹੀਂ ਲੱਗਦੇ, ਆਪਣਾ ਘਰ ਸੰਭੋ। ਹੁਣ ਕੀ ਫਾਇਦਾ ਇਹ 'ਚ? ਇੰਦਰਾ ਗਾਂਧੀ ਕਹਿੰਦੀ ਸੀ ਕਿ ਕਾਂਗਰਸੀਆਂ ਤੋਂ ਸਿਵਾ ਮੈਂ ਦੇਸ਼ ਵਿੱਚ ਕੋਈ ਸਰਕਾਰ ਨਹੀਂ ਬਣਾਉਣ ਦੇਣੀ, ਚੱਲਣ ਨਹੀਂ ਦੇਣੀ, ਚਲਦੀ ਤੁੜਵਾ ਦੂੰਗੀ। ਇਹ ਹੁਣ ਕਹਿੰਦੇ ਅਸੀਂ ਪਹਿਲਾਂ ਕਾਂਗਰਸ ਮੁਕਤ ਭਾਰਤ ਚਾਹੀਦਾ, ਹੁਣ ਕਾਂਗਰਸ ਮੁਕਤ ਤੋਂ ਬਾਅਦ ਇਦਾਂ ਲੱਗਦਾ ਜਿਵੇਂ ਆਪੋਜੀਸ਼ਨ ਮੁਕਤ ਕਰਨਾ ਚਾਹੁੰਦੇ। ਜਿਹੜੇ ਪਾਸੇ ਨੂੰ ਗੱਲ ਚੱਲਦੀ ਪਈ ਹੈ, ਜੇ ਇਹੋ ਵਿਹਾਰ ਚੱਲਦਾ ਰਿਹਾ ਤੇ ਭਾਰਤ ਵਾਸਤੇ, ਭਾਰਤ ਦੇ ਲੋਕਾਂ ਵਾਸਤੇ, ਭਾਰਤ ਦੇ ਲੋਕਤੰਤਰੀ ਸਿਸਟਮ ਵਾਸਤੇ ਚੰਗਾ ਨਹੀਂ ਹੋਵੇਗਾ। ਇਸ ਕਰਕੇ ਇਹ ਤੋਂ ਥੋੜ੍ਹਾ ਪਰਹੇਜ਼ ਕਰਨਾ ਚਾਹੀਦਾ। ਇਹ ਹੱਦਾਂ ਟੱਪਣ ਵਾਲੀ ਗੱਲ ਜਾਪਦੀ ਹੈ ਜੀ। ਪੰਨ ਸਾਹਿਬ, ਉਧਰ ਅਫਰੀਕਨ ਸਵਾਈਨ ਫੀਵਰ ਵੀ ਤੇਜ਼ ਰਫ਼ਤਾਰ ਨਾਲ ਵੱਧਦਾ ਪਿਆ। ਧੱਫੜ ਰੋਗ ਪਸ਼ੂਆਂ ਦਾ ਅਜੇ ਤੱਕ ਉਹ ਤਾਂ ਰੁਕਿਆ ਨਹੀਂ, ਚਲੋ ਕਹਿੰਦੇ ਮੂੜਾ ਪਿਆ, ਚੰਗੀ ਗੱਲ ਹੈ। ਅਵਾਰਾ ਪਸ਼ੂ ਘੁੰਮਦੇ ਪਏ ਆ, ਉਹਨਾਂ ਵਿੱਚ ਵੀ ਵੱਧਦਾ ਪਿਆ। ਕਿਵੇਂ ਦੇਖਦੇ ਆ ਇੱਕ ਹੋਰ ਬਿਮਾਰੀ ਚੜ੍ਹੀ ਆਉਂਦੀ ਪਸ਼ੂਆਂ ਲਈ? ਨਵਜੀਤ ਜੀ, ਜਿਹੜੇ ਲੰਪੀ ਸਕਿਨ ਆ ਉਹ ਗਾਵਾਂ ਮੱਝਾਂ ਵਿੱਚ ਸੀ ਤੇ ਉਹਨੂੰ ਮੋੜਾ ਪਿਆ ਤੇ ਪਿਛਲੇ 2 ਦਿਨਾਂ 'ਚ ਵਾਹਵਾ ਪਿਆ ਤੇ ਅੱਜ ਹੋਰ ਚੰਗੀਆਂ ਰਿਪੋਰਟਾਂ ਨੇ। ਇਹਦੇ ਦੌਰਾਨ ਹਜ਼ਾਰਾਂ ਪਸ਼ੂ ਮਰ ਗਏ। ਇਹ ਹਜ਼ਾਰਾਂ ਉਹ ਨੇ ਜਿਹੜੇ ਪਸ਼ੂ ਪਾਲਕਾਂ ਕੋਲ, ਫਾਰਮਰਾਂ, ਕਿਸਾਨਾਂ ਕੋਲ, ਡੇਅਰੀ ਵਾਲਿਆਂ ਕੋਲ ਸਨ। ਬਿਲਕੁਲ। ਜਿਹੜੇ ਸੜਕਾਂ ਦੇ ਉੱਤੇ ਅਵਾਰਾ ਚੌਣਾ ਤੁਰਿਆ ਫਿਰਦਾ, ਵੱਗ ਤੁਰੇ ਫਿਰਦੇ ਆ, ਉਹਨਾਂ 'ਚੋਂ ਕਿੰਨੇ ਬਿਮਾਰ ਹੋਏ, ਕਿੰਨੇ ਮਰ ਗਏ, ਉਹ 'ਤੇ ਗਿਣਤੀ ਕਰਨ ਦੀ ਕਿਸੇ ਨੂੰ ਲੋੜ ਹੀ ਨਹੀਂ ਜੀ। ਕਿਸੇ ਨੇ ਕਰਨੀ ਨਹੀਂ। ਕਿਉਂ? ਉਹਦਾ ਕੋਈ ਮਾਲਕ ਵਾਲੀ ਵਾਰਸ ਨਹੀਂ। ਹੁਣ ਇਹ ਗੱਲ ਮੈਂ ਪਰਸੋਂ ਦੱਸੀ ਸੀ ਕਿ ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸ ਯੂਨੀਵਰਸਿਟੀ ਲੁਧਿਆਣੇ ਵਾਲੀ ਗੜਵਾਸੂ ਦੇ ਵਾਈਸ ਚਾਂਸਲਰ ਡਾਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਅਫਰੀਕਨ ਸਵਾਈਨ ਫੀਵਰ ਵੀ ਭਾਰਤ ਵਿੱਚ ਆ ਚੁੱਕਾ। ਉੱਤਰਾਖੰਡ, ਉੱਤਰ ਪ੍ਰਦੇਸ਼ ਤੇ ਹਰਿਆਣੇ ਵਾਲੇ ਪਾਸੇ ਦਸਤਕ ਦੇ ਰਿਹਾ ਤੇ ਪੰਜਾਬ 'ਚ ਆ ਸਕਦਾ। ਇਹਦਾ ਬਚਾਅ ਕਰੋ। ਕੱਲ੍ਹ ਸ਼ਾਮੀ ਮੈਨੂੰ ਮੈਸੇਜ ਆਇਆ ਕਾਫੀ ਲੇਟ ਡਾਕਟਰ ਇੰਦਰਜੀਤ ਸਿੰਘ ਵਾਈਸ ਚਾਂਸਲਰ ਦਾ ਕਿ ਪਟਿਆਲੇ ਦੇ ਵਿੱਚ 2 ਥਾਵਾਂ ਦੇ ਉੱਤੇ ਅਸੀਂ ਸੈਂਪਲ ਲੈ ਕੇ ਭੇਜੇ ਸੀ, ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ। ਉੱਥੋਂ ਦੀ ਲੈਬ ਨੇ ਕਨਫਰਮ ਕਰਤਾ ਕਿ ਇਹ ਅਫਰੀਕਨ ਸਵਾਈਨ ਫੀਵਰ ਹੈ। ਜਦੋਂ ਉਹ ਇੱਥੇ ਆ ਗਿਆ ਤੇ ਚਿੰਤਾ ਦੀ ਗੱਲ ਹੈਗੀ ਹੈ ਜੀ, ਕਾਫੀ ਜ਼ਿਆਦਾ ਚਿੰਤਾ ਦੀ ਗੱਲ ਹੈ। ਇਹਦੇ ਵਾਸਤੇ ਉਹਨਾਂ ਨੇ 10 ਕਿਲੋਮੀਟਰ ਦਾ ਸਰਵੇਲੈਂਸ ਜ਼ੋਨ ਬਣਾ ਦਿੱਤਾ ਕਿ ਜਿੱਥੇ ਵੀ ਇਹੋ ਜਿਹੀ ਗੱਲ ਨਿਕਲਦੀ ਹੈ ਉਹਨਾਂ 10 ਕਿਲੋਮੀਟਰਾਂ ਤੋਂ ਬਾਹਰ ਕੋਈ ਵੀ ਸੂਰ ਉਸ ਇਲਾਕੇ ਦਾ ਨਾ ਲਿਆਂਦਾ ਜਾਵੇ, ਉਹਦਾ ਮਾਸ ਨਾ ਲਿਆਂਦਾ ਜਾਵੇ ਤੇ ਬਾਹਰਲਾ ਕੋਈ ਉੱਥੇ ਨਾ ਜਾਵੇ। ਇਹ ਬਿਮਾਰੀ ਪਹਿਲੀ ਗੱਲ ਇਨਸਾਨਾਂ ਨੂੰ ਬਿਲਕੁਲ ਨਹੀਂ ਜਿਉਂਦੀ। ਦੂਸਰਾ, ਇਹ ਬਿਮਾਰੀ ਫੈਲਦੀ ਆ ਮੱਛਰਾਂ ਤੋਂ। ਮੱਛਰ ਨੇ ਇੱਕ ਸੂਰ ਨੂੰ ਡੰਗ ਮਾਰਿਆ, ਮੁੜ ਕੇ ਦੂਜੇ ਨੂੰ ਮਾਰਨ ਜਾਓ, ਫਿਰ ਨਾਲ ਦੇ ਪਿੰਡ ਵੀ ਚੱਲ ਜੂ, ਉਹਨੇ ਕਿਹੜੀ ਬੱਸ ਦੀ ਟਿਕਟ ਲੈਣੀ ਹੈ ਜੀ, ਉਹਦਾ ਕੋਈ ਆਧਾਰ ਕਾਰਡ ਨਹੀਂ ਵਿਖਾਉਣਾ ਪੈਂਦਾ, ਉੱਥੇ ਬਿਮਾਰੀ ਫੈਲਾ ਸਕਦਾ। ਜਿਹੜੇ ਪਿਗਰੀ ਫਾਰਮ ਵਾਲੇ ਨੇ, ਸੂਰਾਂ ਦੇ ਫਾਰਮਾਂ ਵਾਲੇ ਨੇ, ਉਹਨਾਂ ਨੂੰ ਤੁਸੀਂ ਸਮਝਾ ਲਓਗੇ। ਜਿਹੜੇ ਸੂਰ ਇੱਥੇ ਗਲੀਆਂ ਤੇ ਨਾਲੀਆਂ 'ਚ ਸੂਰਪਣਾ ਕਰਦੇ ਫਿਰਦੇ, ਉਹਦਾ ਕੀ ਕਰੋਗੇ? ਇਹ ਸਮੱਸਿਆ ਗੰਭੀਰ ਹੋ ਸਕਦੀ, ਜੇ ਵੱਧ ਗਈ ਤੇ ਪੰਜਾਬ ਵਾਸਤੇ ਬੜੀ ਵੱਡੀ ਸਮੱਸਿਆ ਬਣੇਗੀ। ਇਸ ਕਰਕੇ ਇਹਦਾ ਵੇਲੇ ਸਿਰ ਇਲਾਜ ਓੜ-ਪੋੜ ਕਰਨਾ ਚਾਹੀਦਾ ਤੇ ਓੜ-ਪੋੜ ਆਪਣੇ ਆਪ ਨਹੀਂ ਕੀਤਾ ਫਾਇਦੇਮੰਦ। ਜਿਹੜੀ ਲੁਧਿਆਣੇ 'ਚ ਵੈਟਰਨਰੀ ਸਾਇੰਸ ਯੂਨੀਵਰਸਿਟੀ ਹੈ, ਉਹਨਾਂ ਨਾਲ ਤਾਲਮੇਲ ਕਰਨਾ ਚਾਹੀਦਾ ਕਿਸਾਨਾਂ ਨੂੰ, ਜਾਂ ਫਿਰ ਪੰਜਾਬ ਦਾ ਜਿਹੜਾ ਪਸ਼ੂ ਪਾਲਣ ਵਿਭਾਗ ਹੈ, ਐਨੀਮਲ ਹਸਬੈਂਡਰੀ ਡਿਪਾਰਟਮੈਂਟ, ਉਹਨਾਂ ਦੇ ਡਾਇਰੈਕਟਰ ਡਾਕਟਰ ਸੁਭਾਸ਼ ਚੰਦਰ ਉਹਨਾਂ ਦੇ ਨਾਲ ਗੱਲ ਕਰਕੇ ਤੇ ਉਹਨਾਂ ਦੀ ਟੀਮ ਨਾਲ ਗੱਲ ਕਰਕੇ ਇਹਦਾ ਵੇਲੇ ਸਿਰ ਪ੍ਰਬੰਧ ਕਰਨਾ ਚਾਹੀਦਾ। ਜਿਹੜੇ ਵੀ ਕਿਸਾਨਾਂ ਕੋਲ ਸੂਰ ਹੈਗੇ ਨੇ, ਫਾਰਮਾਂ 'ਚ ਰੱਖੇ ਹੋਏ ਨੇ, ਕਿਸੇ ਨੂੰ ਵੀ ਲਾਪਰਵਾਹੀ ਨਹੀਂ ਕਰਨੀ ਚਾਹੀਦੀ। ਖਾਸ ਤੌਰ 'ਤੇ ਇਸ ਕਰਕੇ ਵੀ ਕਿ ਕਈਆਂ ਥਾਵਾਂ 'ਤੇ ਅਵਾਰਾ ਸੂਰ ਵੀ ਨੇ। ਜਦੋਂ ਅਸੀਂ ਹੁਸ਼ਿਆਰਪੁਰ ਵੱਲ ਨੂੰ ਵੇਖੀਏ
ਤੇ ਉੱਥੇ ਕੰਢੀ ਦੇ ਇਲਾਕੇ 'ਚ ਪਹਾੜਾਂ 'ਚੋਂ ਜੰਗਲਾਂ 'ਚੋਂ ਜਿਹੜਾ ਜੰਗਲੀ ਸੂਰ ਆ ਉਹਦਾ ਆਉਣਾ ਬੜੀ ਆਮ ਗੱਲ ਹੁੰਦੀ ਹੈ, ਤੇ ਜੇ ਉਹ ਆ ਜਾਣ ਕੱਲ੍ਹ ਨੂੰ ਬਿਮਾਰੀ ਫੈਲ ਗਈ ਤੇ ਇਹ ਨਵਜੀਤ ਜੀ ਬਹੁਤ ਖਤਰੇ ਵਾਲੀ ਗੱਲ ਹੋ ਸਕਦੀ ਹੈ। ਇਸ ਕਰਕੇ ਸਾਰਿਆਂ ਨੂੰ ਆਪੋ ਆਪਣੀ ਥਾਂ ਤੇ ਧਿਆਨ ਰੱਖਣਾ ਚਾਹੀਦਾ ਤਾਂ ਕਿ ਪੰਜਾਬ 'ਚ ਬਿਮਾਰੀ ਫੈਲ ਨਾ ਜਾਂਦੀ ਹੋਵੇ। ਬਿਲਕੁਲ ਪੰਨ ਸਾਹਿਬ ਉਧਰ ਜੇਕਰ ਕਿਸਾਨਾਂ ਦੀ ਗੱਲ ਕਰੀਏ ਤਾਂ ਕਹਿੰਦੇ ਠੱਗੀ ਦਾ ਸ਼ਿਕਾਰ ਹੋ ਗਿਆ ਤੇ ਕਰੋੜਾਂ ਰੁਪਏ ਦੀ ਠੱਗੀ ਵੱਜੀ ਹੈ। ਮਾਲਵੇ ਤੋਂ ਖਬਰ ਆਈ ਹੈ ਕਿ ਨਰਮੇ ਦਾ ਬੀਜ ਸੀਗਾ ਤੇ ਗੁਜਰਾਤ ਦੀ ਕੰਪਨੀ ਸੀ, ਮਹਿੰਗੇ ਭਾਅ ਦੁੱਗਣੇ ਮੁੱਲ ਤੇ ਉਹ ਬੀਜ ਵੇਚਿਆ। ਇੱਕ ਪਾਸੇ ਤਾਂ ਪੰਨੂ ਸਾਹਿਬ ਵਿਜੀਲੈਂਸ ਦੀ ਹੁਣ ਜਾਂਚ ਕਹਿੰਦੇ ਹੋਣੀ ਚਾਹੀਦੀ ਹੈ, ਮੁਆਵਜ਼ਾ ਮਿਲਣਾ ਚਾਹੀਦਾ ਹੈ। ਸਰਕਾਰਾਂ ਦਾਅਵੇ ਕਰਦੀਆਂ ਕਿ ਭਾਰਤ ਨੇ ਉਤਪਾਦਨ ਖੇਤਰ ਵਿੱਚ ਰਿਕਾਰਡ ਬਣਾਇਆ ਤੇ ਆ ਕਿਸਾਨਾਂ ਦੀਆਂ ਸਮੱਸਿਆਵਾਂ ਖੜਦੀਆਂ, ਇਹਦੇ ਬਾਰੇ ਕਿਉਂ ਨਹੀਂ ਦਿਖਾਈ ਦਿੰਦਾ? ਦੇਖੋ, ਜਿਹੜੇ ਮਾਲਵੇ ਦੇ ਮਾਨਸਾ ਤੋਂ ਲੈ ਕੇ ਬਠਿੰਡਾ, ਮੁਕਤਸਰ, ਅਬੋਹਰ, ਮਲੋਟ, ਫਾਜ਼ਿਲਕਾ, ਇਹ ਸਾਰਾ ਇਹਨੂੰ ਨਰਮਾ ਪੱਟੀ ਕਿਹਾ ਜਾਂਦਾ ਜੀ। ਪਹਿਲਾਂ ਮਾਝੇ 'ਚ ਵੀ ਇੱਕ ਨਰਮਾ ਪੱਟੀ ਹੁੰਦੀ ਸੀ। ਤਰਨਤਾਰਨ ਜ਼ਿਲ੍ਹੇ ਦੇ ਜਿਹੜਾ ਪੱਟੀ ਤਹਿਸੀਲ ਆ, ਅੱਗੇ ਭਿੱਖੀਵਿੰਡ ਤਹਿਸੀਲ ਉਦੋਂ ਨਹੀਂ ਸੀ ਹੁੰਦੀ, ਉਦੋਂ ਜਿਹੜਾ ਪੱਟੀ ਬਟੋਆ ਖੇਮਕਰਨ ਇੱਥੇ ਵੀ ਨਰਮਾ ਬਹੁਤ ਹੁੰਦਾ ਸੀ। ਹੁਣ ਇੱਥੇ ਨਹੀਂ ਹੋ ਰਿਹਾ। ਹੁਣ ਉਹ ਸਿਰਫ ਸਾਡੇ ਕੋਲ ਮਾਨਸਾ ਤੋਂ ਲੈ ਕੇ ਅਬੋਹਰ, ਫਾਜ਼ਿਲਕਾ ਤੱਕ ਵਿੱਚ ਮਲੋਟ, ਮੁਕਤਸਰ ਤੇ ਇਹ ਸਾਰੇ ਇਹ ਇੱਕੋ ਪੱਟੀ ਗਿਣੀ ਜਾਂਦੀ ਹੈ। ਇਹ ਮਾਲਵੇ ਦੀ ਜਿਹੜੀ ਉਹ ਨਰਮਾ ਪੱਟੀ ਹੈ, ਇਹਦੇ 'ਚ ਮੁੜ ਮੁੜ ਬਿਮਾਰੀ ਪੈਂਦੀ ਹੈ। ਅਕਾਲੀ ਭਾਜਪਾ ਸਰਕਾਰ ਵੇਲੇ ਨਰਮੇ ਨੂੰ ਚਿੱਟਾ ਮੱਛਰ ਪਿਆ, ਕਾਂਗਰਸੀ ਸਰਕਾਰ ਵੇਲੇ ਵੀ ਪਿਆ। ਚਿੱਟਾ ਮੱਛਰ ਜਾਂ ਉਹਨੂੰ ਚਿੱਟੀ ਭੁੰਡੀ ਕਹਿ ਲਓ, ਜਦੋਂ ਪਿਆ ਉਹਨੇ ਨਰਮੇ ਦਾ ਬਹੁਤ ਨੁਕਸਾਨ ਕੀਤਾ ਤੇ ਅਕਾਲੀ ਭਾਜਪਾ ਸਰਕਾਰ ਵੇਲੇ ਉਹਨਾਂ ਨੇ ਆਖਿਆ ਅਸੀਂ ਦਵਾਈ ਸਪਲਾਈ ਕਰਾਂਗੇ। ਕਿਸਾਨਾਂ ਨੇ ਮਹਿੰਗੀ ਦਵਾਈ ਲੈ ਕੇ ਵਰਤੀ, ਜਿਹੜੀ ਦਵਾਈ ਵਰਤੀ ਉਹਨੇ ਰਹਿੰਦਾ ਵੀ ਸਤਿਆਨਾਸ਼ ਕਰਤਾ। ਫਿਰ ਰੌਲਾ ਪਿਆ, ਉਹ ਦਵਾਈ ਦੇ ਡੱਬੇ ਫੜੇ ਗਏ, ਡੱਬਿਆਂ ਦੇ ਉੱਤੇ ਜਿਹੜਾ ਐਡਰੈਸ ਲਿਖਿਆ ਕਿ ਫਲਾਣੇ ਥਾਂ ਤੇ ਕੰਪਨੀ, ਉੱਥੇ ਕੰਪਨੀ ਹੈ ਨਹੀਂ, ਜਿਹੜਾ ਟੈਲੀਫੋਨ ਉਹ ਟੈਲੀਫੋਨ ਨੰਬਰ ਹੈ ਨਹੀਂ, ਈਮੇਲ ਸਭ ਝੂਠ। ਕਰੋੜਾਂ ਰੁਪਏ ਦੀ ਦਵਾਈ ਵਿਕੀ ਸੀ। ਉਹ ਕਿਹੜੀਆਂ ਬੈਂਕਾਂ ਦੇ ਰਾਹੀਂ ਟ੍ਰਾਂਜੈਕਸ਼ਨਾਂ ਹੋਈਆਂ, ਪਤਾ ਲੱਗਾ ਕਿ ਜਿਨ੍ਹਾਂ ਬੰਦਿਆਂ ਦੇ ਰਾਹੀਂ ਲੈਣ ਦੇਣ ਹੋਇਆ ਉਹ ਸਧਾਰਨ ਸੀ। ਉਹਨਾਂ ਨੂੰ ਇਹ ਕਹਿ ਕੇ ਕਿ ਤੈਨੂੰ ਰੁਪਈਆ 20,000 ਦਿਆਂਗੇ, ਤੇਰੇ ਖਾਤੇ ਦੇ ਰਾਹੀਂ ਅਸੀਂ ਲੈਣ ਦੇਣ ਕਰਨਾ ਕਰ ਲਈਏ, ਤੇ ਗਰੀਬ ਬੰਦਾ 20,000 ਦੇ ਕੇ ਹੀ ਫਸ ਗਿਆ ਜੀ। ਉਸ ਵਕਤ ਦਾ ਜਿਹੜਾ ਖੇਤੀਬਾੜੀ ਦਾ ਪੰਜਾਬ ਦਾ ਡਾਇਰੈਕਟਰ ਸੀ, ਉਹ ਮੁਕਤਸਰ ਜ਼ਿਲ੍ਹੇ ਵਿੱਚੋਂ ਹੀ ਸੀ। ਗੱਲ ਸਾਰੀ ਉਹਦੇ ਤੇ ਆ ਗਈ, ਉਹਨੂੰ ਮੁੜ ਕੇ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰ ਕਰਨ ਤੋਂ ਬਾਅਦ ਕੁਝ ਨਹੀਂ ਹੋਇਆ। ਫਿਰ ਇਹ ਰੌਲਾ ਪਿਆ ਕਿ ਨੋਟਾਂ ਦੇ ਬਕਸੇ ਬਠਿੰਡੇ ਤੋਂ ਗੱਡੀ 'ਚ ਲੱਦ ਕੇ ਤੇ ਮੋਗੇ ਵੱਲ ਨੂੰ ਆਏ, ਕਿਹਨੇ ਘਲਾਏ ਤੇ ਕਿਹਦੇ ਕੋਲ ਆਏ, ਕਦੇ ਪੜਤਾਲ ਨਹੀਂ ਹੋਈ। ਇਹਦੇ ਤੋਂ ਬਾਅਦ ਕਾਂਗਰਸੀ ਰਾਜ ਵੇਲੇ ਫਿਰ ਉਹ ਬਿਮਾਰੀ ਪੈ ਗਈ, ਉਹ ਫਿਰ ਕਾਲਾ ਮਲਾ ਹੋ ਗਿਆ, ਫਿਰ ਦੱਬੀ ਦਬਾਈ ਗਈ ਗੱਲ। ਕਿਸਾਨਾਂ ਦੇ ਪੱਲੇ ਫਿਰ ਕੱਖ ਨਹੀਂ ਸੀ ਪੈ ਸਕਿਆ, ਲੁੱਟੇ ਪੁੱਟੇ ਗਏ ਸਨ, ਮਾਰੇ ਗਏ ਸਨ। ਹੁਣ ਆ ਗਈ ਆ ਆਮ ਆਦਮੀ ਪਾਰਟੀ। ਇਹਨਾਂ ਦੀ ਸਰਕਾਰ ਦੇ ਵਕਤ ਅਜੇ 5 ਮਹੀਨੇ ਹੋਏ ਆ ਸਰਕਾਰ ਚੱਲਦੀ ਨੂੰ, ਤੇ 5 ਮਹੀਨਿਆਂ ਬਾਅਦ ਦੀ ਨਰਮੇ ਦੀ ਫਿਰ ਬਿਮਾਰੀ ਇੱਥੇ ਪੈ ਗਈ। ਗੁਜਰਾਤ ਦਾ ਨਰਮਾ ਸਭ ਤੋਂ ਵਧੀਆ ਨਰਮਾ ਗਿਣਿਆ ਜਾਂਦਾ, ਕਿਸਾਨਾਂ 'ਚ ਚਰਚਾ ਜੀ। ਇੱਥੇ ਇਹ ਚਰਚਾ ਚੱਲੀ ਕਿ ਗੁਜਰਾਤ ਤੋਂ ਨਰਮੇ ਦਾ ਉਹ ਬੀਜ ਲਿਆਉਣਾ ਜਿਹਨੂੰ ਬਿਮਾਰੀ ਪੈਂਦੀ ਨਹੀਂ, ਉਹਨੂੰ ਕੋਈ ਕੀੜਾ, ਕੋਈ ਸੁੰਡੀ, ਕੋਈ ਭੁੰਡੀ ਲੱਗਦੀ ਨਹੀਂ। ਉਹ ਲਿਆਂਦਾ ਗਿਆ ਮਹਿੰਗੇ ਭਾਅ ਤੇ ਡਬਲ ਰੇਟ ਦੇ ਉੱਤੇ ਡੱਬੇ ਵਿਕਦੇ ਰਹੇ। ਕਿਸਾਨਾਂ ਨੇ ਲੈ ਕੇ ਬੀਜ ਲਏ। ਬਾਅਦ ਵਿੱਚ ਵੇਖਿਆ ਕਿ ਇਹ ਵੀ ਸਾਰਿਆਂ ਨੂੰ ਬਿਮਾਰੀ ਲੱਗ ਗਈ। ਹੁਣ ਉਹ ਪਿੱਟਦੇ ਪਏ ਆ ਤੇ ਅਗਲੇ ਪਾਸੇ ਜਿਨ੍ਹਾਂ ਨੇ ਉਹ ਡੱਬੇ ਵੇਚੇ ਆ ਉਹ ਪੱਲਾ ਨਹੀਂ ਫੜਾਉਂਦੇ। ਜਿਹੜੇ ਗੁਜਰਾਤ ਤੋਂ ਇਸ ਘਟੀਆ ਬੀਜ ਦੇ ਡੱਬੇ ਆਏ ਤੇ ਇੱਥੇ ਵੇਚੇ ਗਏ, ਉਹਨਾਂ ਡੱਬਿਆਂ ਨੂੰ ਪਹੀਏ ਨਹੀਂ ਲੱਗੇ, ਪੈਰ ਨਹੀਂ ਲੱਗੇ, ਉਹ ਆਪਣੇ ਆਪ ਨਹੀਂ ਆਏ, ਕਿਸੇ ਨੇ ਲਿਆਂਦੇ ਹਨ। ਲਿਆਂਦੇ ਤੇ ਕਿਸੇ ਦੇ ਰਾਹੀਂ ਵੇਚੇ ਹਨ। ਜਿਹੜੀਆਂ ਦੁਕਾਨਾਂ ਰਾਹੀਂ ਵੇਚੇ ਗਏ ਉਹਨਾਂ ਦੇ ਮੋਬਾਈਲ ਨੰਬਰ ਚੈੱਕ ਕਰੋ, ਪਤਾ ਕਰੋ ਇਹਨਾਂ ਕੋਲੋਂ ਪੈਸਾ ਕਿਹਨੇ ਦਿੱਤਾ, ਕੌਣ ਇੱਥੇ ਵੇਚ ਕੇ ਗਿਆ, ਪੜਤਾਲ ਕਰੋ। ਇਹ ਇੱਕ ਕਿਸਮ ਦਾ ਟੈਸਟ ਕੇਸ ਆ ਆਮ ਆਦਮੀ ਪਾਰਟੀ ਦੀ ਸਰਕਾਰ ਵਾਸਤੇ। ਪਿਛਲੀਆਂ ਦੋਵਾਂ ਸਰਕਾਰਾਂ ਦੀ, ਅਕਾਲੀ ਭਾਜਪਾ ਦੀ ਵੀ ਤੇ ਕਾਂਗਰਸੀਆਂ ਦੀ ਬਦਨਾਮੀ ਹੋਈ ਕਿ ਕਿਸਾਨਾਂ ਨੂੰ ਧੋਖਾ ਦਿੱਤਾ ਸੀ ਇਸ ਤਰ੍ਹਾਂ ਦੇ ਬੀਜ ਵੀ, ਤੇ ਫਿਰ ਦਵਾਈ ਵੀ ਵੇਚ ਕੇ ਕਮਾਈ ਕਰ ਲਈ ਤੇ ਦੋਸ਼ੀ ਨਹੀਂ ਸਨ ਫੜੇ ਜਾ ਸਕੇ। ਲੋਕੀ ਅਜੇ ਤੱਕ ਉਹਨਾਂ ਦੀ ਚਰਚਾ ਕਰਦੇ। ਜੇ ਆਮ ਆਦਮੀ ਪਾਰਟੀ ਦੋਸ਼ੀਆਂ ਦੀ ਪੈੜ ਨਾ ਨੱਪ ਸਕੀ, ਕੱਲ੍ਹ ਨੂੰ ਇਹਨਾਂ ਦੀ ਚਰਚਾ ਹੋਊਗੀ। ਇਸ ਕਰਕੇ ਇਹਨਾਂ ਨੂੰ ਵੇਲੇ ਸਿਰ ਕਾਰਵਾਈ ਇਹਦੇ 'ਤੇ ਕਰਨੀ ਚਾਹੀਦੀ। ਪੰਨੂ ਸਾਹਿਬ ਗੱਲ ਤਾਂ ਠੀਕ ਹੈ, ਇਹ ਬਿਮਾਰੀ ਇੱਥੇ ਰੁਕ ਜਾਣੀ ਚਾਹੀਦੀ ਹੈ। ਬਾਕੀ ਸਰਕਾਰਾਂ ਵੀ ਆਪਣਾ ਕੰਮ ਕਰਨ ਲੱਗੀਆਂ ਹੋਈਆਂ ਨੇ, ਨਵੇਂ ਐਲਾਨ ਵੀ ਕੀਤੇ ਜਾ ਰਹੇ ਤੇ ਦਾਅਵੇ ਵੀ ਵੈਸੇ ਵੱਡੇ ਆ। ਜੇਕਰ ਉਧਰ ਗੱਲ ਕਰੀਏ ਪੰਨੂ ਸਾਹਿਬ ਅਗਲੀ, ਤਾਂ ਉਧਰ ਖੰਡ ਮਿੱਲਾਂ ਵਿੱਚੋਂ ਖੰਡ ਗਾਇਬ ਹੋ ਰਹੀ ਹੈ, ਸਟੋਰਾਂ ਦੇ ਵਿੱਚੋਂ ਕਣਕ ਦੀਆਂ ਬੋਰੀਆਂ ਗਾਇਬ ਹੋ ਰਹੀਆਂ। ਉਧਰ ਕਹਿੰਦੇ ਰਿਕਾਰਡ ਦੇ ਵਿੱਚੋਂ ਜ਼ਮੀਨ ਗਾਇਬ ਹੋ ਗਈ ਹੈ, 35,000 ਏਕੜ ਜ਼ਮੀਨ ਦਾ ਰੌਲਾ ਹੈ। ਮੰਤਰੀ ਸਾਹਿਬ ਕਹਿੰਦੇ ਆ ਕਿ ਅਸੀਂ ਇਹਦੀ ਜਾਂਚ ਕਰਾਵਾਂਗੇ। ਕਿਵੇਂ ਦੇਖਦੇ ਆ ਤੁਸੀਂ, ਕਿਉਂਕਿ ਸਰਕਾਰੀ ਰਿਕਾਰਡ ਦੇ ਵਿੱਚੋਂ ਜ਼ਮੀਨ ਦਾ ਗਾਇਬ ਹੋ ਜਾਣਾ? ਦੇਖੋ, ਇਹ ਸਾਰਾ ਮਾਮਲਾ ਹੈਗਾ ਪੰਚਾਇਤ ਮਹਿਕਮੇ ਦਾ ਜੀ। ਪੰਚਾਇਤਾਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ
ਕਿਸੇ ਵੀ ਹੋਰ ਮੰਤਰੀ ਤੋਂ ਵੱਧ ਸਰਗਰਮ ਜਾਪਦਾ। ਜੀ ਉਹਦੀ ਅਗਵਾਈ 'ਚ ਪੰਜਾਬ ਸਰਕਾਰ ਨੇ ਕਾਰਵਾਈ ਕੀਤੀ। ਹੁਣ ਤੱਕ ਕਹਿੰਦੇ ਆ 9000 ਏਕੜ ਤੋਂ ਵੱਧ ਕਬਜ਼ਾ ਛੁਡਾ ਲਿਆ। ਕੱਲ੍ਹ ਮੰਤਰੀ ਨੇ ਕਿਤੇ ਇੰਟਰਵਿਊ ਦਿੱਤੀ, ਉਸ ਇੰਟਰਵਿਊ 'ਚ ਇਹ ਗੱਲ ਸਾਹਮਣੇ ਆਈ ਹੈ। ਉਹਨੇ ਆਖਿਆ ਜੀ ਅਸੀਂ ਸਮਝਦੇ ਸੀ ਕਿ 50,000 ਏਕੜ ਜ਼ਮੀਨ ਹੈ ਜੇ ਤੇ ਨਜਾਇਜ਼ ਕਬਜ਼ੇ ਹੋਏ, ਪੰਚਾਇਤਾਂ ਦੀ 50,000 ਏਕੜ ਜ਼ਮੀਨ। ਕਹਿੰਦਾ ਹੁਣ ਫੁੱਲਣੀ ਸ਼ੁਰੂ ਕੀਤੀ ਤੇ ਲੱਗਦਾ 1 ਲੱਖ ਏਕੜ ਤੋਂ ਵੀ ਟੱਪ ਜਾਣੀ। ਉਹ ਕਹਿੰਦਾ 35,000 ਏਕੜ ਜ਼ਮੀਨ ਇਹੋ ਜਿਹੀ ਹੈ ਜਿਹੜੀ ਪੰਚਾਇਤਾਂ ਦੀ ਆ, ਪਰ ਉਹਦਾ ਰਿਕਾਰਡ ਨਹੀਂ ਲੱਭ ਰਿਹਾ। ਗਈ ਕਿੱਥੇ? ਜੀ ਪੰਚਾਇਤਾਂ ਕੋਲ ਹੁੰਦੀ ਸੀ। ਹੁਣ ਆਹ ਜਿਹੜੇ ਠੱਗਾਂ ਚੋਰਾਂ 'ਚੋਂ ਕਿਸੇ ਨੇ 500 ਏਕੜ, ਕਿਸੇ ਨੇ 100 ਏਕੜ, ਕਿਸੇ ਨੇ 200 ਏਕੜ, ਕਿਸੇ ਨੇ 10 ਏਕੜ, ਕਿਸੇ ਕਾਂਗਰਸੀ ਸਾਬਕਾ ਮੰਤਰੀ ਨੇ 5 ਏਕੜ ਵੀ ਰੱਖੀ ਸੀ। ਉਹ ਸਾਰਿਆਂ ਨੇ ਕੀ ਕੀਤਾ? ਜ਼ਮੀਨ ਪੰਚਾਇਤਾਂ ਦੀ ਆ, ਪਰ ਆਪਣੇ ਨਾਂ ਦੇ ਉੱਤੇ ਕਬਜ਼ਾ ਕਰਕੇ ਸਿੱਧੀਆਂ ਰਜਿਸਟਰੀਆਂ ਨਹੀਂ ਕਰਾਈਆਂ। ਪਹਿਲਾਂ ਉੱਥੇ ਕੋਈ ਗਰੀਬ ਕੋਈ ਗਾਮਾ ਮਾਝਾ ਫੜਿਆ, ਉਹਦੇ ਨਾਂ ਤੇ ਜ਼ਮੀਨ ਟਰਾਂਸਫਰ ਕਰਵਾਤੀ, ਮੁੜ ਕੇ ਉਹਦੇ ਕੋਲੋਂ ਆਪਣੇ ਨਾਂ ਰਜਿਸਟਰੀ ਕਰਾ ਲਈ। ਕਰੋੜਾਂ ਦੀ ਜ਼ਮੀਨ ਕੱਖਾਂ ਦੇ ਹਿਸਾਬ ਨਾਲ ਜਿਹੜੇ ਬੰਦੇ ਦੇ ਨਾਂ ਪਹਿਲਾਂ ਪਾਈ ਗਈ ਕਿ ਪੰਚਾਇਤੀ ਜ਼ਮੀਨ ਪੰਚਾਇਤੀ ਨਹੀਂ ਇਹਦੀ ਆ, ਉਹਨੂੰ ਪਤਾ ਹੀ ਨਹੀਂ ਕੀ ਕਾਲਾ ਮਾਲਾ ਹੁੰਦਾ। ਉਹਨੂੰ ਇਹ ਕਹਿ ਕੇ ਤੈਨੂੰ ਗ੍ਰਾਂਟ ਦਿਵਾਉਣੀ ਆ ਜਾ ਤੈਨੂੰ 20-25 ਹਜ਼ਾਰ ਰੁਪਇਆ ਦਿਵਾਉਣਾ, ਨਾਲ ਲੈ ਗਏ। ਪਹਿਲਾਂ ਪੰਚਾਇਤੀ ਜ਼ਮੀਨ ਉਹਦੇ ਖਾਤੇ ਪਵਾਈ, ਫੋਟੋ ਕਰਾ ਲਈਆਂ, ਬਾਅਦ 'ਚ ਉਹਦੇ ਤੋਂ ਆਪਣੇ ਨਾਲ ਕਰਾ ਲਈ। ਤੇ ਹੁਣ ਜਦੋਂ ਪੁਣਛਾਣ ਹੋਣ ਲੱਗੀ ਆ ਤੇ ਕਹਿੰਦੇ ਕਿ ਸਾਨੂੰ ਕੀ ਪਤਾ ਜੀ ਪੰਚਾਇਤ ਦੀ, ਅਸੀਂ ਤੇ ਫਲਾਨਾ ਸੌ ਤੋਂ ਖਰੀਦੀ ਆ ਜੀ, ਅਸੀਂ ਤੇ ਜਾਨਵਰ ਬੰਦੇ ਤੋਂ ਖਰੀਦੀ ਆ, ਅਸੀਂ ਕੋਈ ਪੰਚਾਇਤ ਦੀ ਜ਼ਮੀਨ ਤੇ ਕਬਜ਼ਾ ਨਹੀਂ ਕੀਤਾ। ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਨੇ ਕੀ ਕੀਤਾ ਸੀ? ਉਹਨੇ ਹਸਪੀਟੈਲਿਟੀ ਕੰਪਨੀ ਬਣਾ ਲਈ। ਰਾਜਸਥਾਨ ਦੇ ਵਿੱਚ ਬਹੁਤ ਸਾਰੇ ਥਾਵਾਂ ਤੇ ਸਰਕਾਰੀ, ਕੇਂਦਰ ਸਰਕਾਰ ਦੀ, ਰਾਜ ਸਰਕਾਰ ਦੀ, ਪੰਚਾਇਤਾਂ ਦੀ ਜ਼ਮੀਨ ਉਹ ਸਾਰੀ ਤੇ ਕਬਜ਼ਾ ਕੀਤਾ। ਤੇ ਕਰਨ ਵਾਸਤੇ ਤਰੀਕਾ ਕੀ ਵਰਤਿਆ? ਪਹਿਲਾਂ ਵਿਚਾਰੇ ਗਰੀਬੜੇ ਜੇ ਇਹੋ ਜਿਹੇ ਸਧਾਰਨ ਬੰਦੇ, ਉਹਨਾਂ ਨੂੰ ਸੱਦ ਕੇ ਤੇ ਉਹਨਾਂ ਦੇ ਨਾਵਾਂ ਤੇ ਉਹ ਸਾਰੀ ਜ਼ਮੀਨ ਟਰਾਂਸਫਰ ਕਰਵਾਤੀ ਤੇ ਮੁੜ ਕੇ ਉਹਨਾਂ ਤੋਂ ਜ਼ਮੀਨ ਆਪ ਖਰੀਦ ਲਈ। ਇਹ ਤੀਸਰੇ ਥਾਂ ਖਰੀਦਣ ਕਰਕੇ ਜਦੋਂ ਕੇਸ ਬਣਨ ਲੱਗੇ, ਭਾਜਪਾ ਸਰਕਾਰ ਆਈ ਤਾਂ ਕੇਸਾਂ ਦੀ ਲੜੀ ਚੱਲੀ ਤੇ ਉਹਨੇ ਜਾ ਕੇ ਆਖਿਆ ਜੀ ਮੈਨੂੰ ਤਾਂ ਕੋਈ ਗਲਤ ਨਹੀਂ ਕੀਤਾ, ਜੇ ਗਲਤ ਕੀਤਾ ਫਲਾਣੇ 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 ਬੰਦੇ ਕੀਤਾ ਹੋਊ, ਮੈਂ ਤਾਂ ਜ਼ਮੀਨਾਂ ਇਹਨਾਂ ਤੋਂ ਖਰੀਦੀਆਂ। ਇਹਨਾਂ ਦੇ ਨਾਂ ਤੇ ਪੰਚਾਇਤੀ ਜ਼ਮੀਨਾਂ, ਕੇਂਦਰ ਸਰਕਾਰ ਦੀਆਂ ਜ਼ਮੀਨਾਂ, ਰਾਜ ਸਰਕਾਰ ਦੀਆਂ ਜ਼ਮੀਨਾਂ ਚੜ੍ਹ ਕਿੱਦਾਂ ਗਈਆਂ, ਇਹ ਤੁਸੀਂ ਇਹਨਾਂ ਤੋਂ ਪੁੱਛੋ, ਇਹ ਮੇਰਾ ਕੰਮ ਨਹੀਂ ਜੀ। ਪਰ ਉਹਨਾਂ ਵਿਚਾਰਿਆਂ ਤੇ ਪਤਾ ਹੀ ਕੋਈ ਨਹੀਂ ਸੀ। ਉਹਨਾਂ ਨੂੰ ਕਾਂਗਰਸੀ ਨਾਲ ਲੀਡਰ ਲੈ ਗਏ ਤੇ ਉਹਨਾਂ ਆਖਿਆ ਜੀ ਦਿੱਲੀ 'ਚ ਸਾਡੀ ਮਹਾਰਾਣੀ ਬੈਠੀ, ਉਹਦਾ ਜਵਾਈ ਸਾਹਿਬ ਆਇਆ, ਜਵਾਈ ਰਾਜਾ ਦੀ ਮਦਦ ਕਰਨੀ, ਆਓ ਆਪਾਂ ਥੋੜ੍ਹੀ ਜਿਹੀ ਮਦਦ ਕਰਨੀ, ਮਾੜੇ ਜਿਹੇ ਕਾਗਜ਼ਾਂ 'ਤੇ ਦੱਸ ਕੇ ਕਰਨੇ ਆ। ਉਹ ਜ਼ਮੀਨਾਂ ਪਹਿਲਾਂ ਉਹਨਾਂ ਦੇ ਨਾਂ ਕੀਤੀਆਂ, ਫਿਰ ਉੱਥੋਂ ਅੱਗੇ ਸੋਨੀਆ ਗਾਂਧੀ ਦੇ ਜਵਾਈ ਦੇ ਨਾਂ ਕਰਤੀਆਂ ਸੀ। ਇਹ ਕੰਮ ਪੰਜਾਬ 'ਚ ਹੈ ਜੀ। ਹੁਣ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਕਹਿੰਦਾ ਕਿ ਕੋਈ ਰਿਕਾਰਡ ਨਹੀਂ ਲੱਭਦਾ ਤੇ ਇਹਦੇ ਵਾਸਤੇ ਅਸੀਂ 50 ਬੰਦਿਆਂ ਦੀ ਟੀਮ ਬਣਾਈ ਆ ਕਿ 1950 ਦਾ ਰਿਕਾਰਡ ਵੇਖੋ, ਕਿਹੜੇ ਕਿਹੜੇ ਪਿੰਡ 'ਚ ਕਿੰਨੀ ਕਿੰਨੀ ਜ਼ਮੀਨ ਪੰਚਾਇਤੀ ਆ। ਫਿਰ ਵੇਖੋ ਅੱਜ ਲੱਭਦੀ ਕਿ ਨਹੀਂ ਲੱਭਦੀ। ਨਹੀਂ ਲੱਭਦੀ ਤੇ ਇੱਦਾਂ ਕਰੋ, 1950 ਤੋਂ ਬਾਅਦ 1960 ਦਾ ਰਿਕਾਰਡ ਵੇਖੋ, ਜ਼ਮੀਨ ਹੈਗੀ ਸੀ, ਹੈਗੀ ਆ। 1970 ਦਾ ਵੇਖੋ, ਹੈਗੀ ਸੀ, ਹੈਗੀ ਆ। 1980 ਤੱਕ ਜਾਂ 1990 ਤੱਕ ਜਿੱਥੇ ਜਾ ਕੇ ਉਹ ਜ਼ਮੀਨ ਨਹੀਂ ਲੱਭਦੀ, ਉਹਨਾਂ 10 ਸਾਲਾਂ ਦਾ ਰਿਕਾਰਡ ਫੋਲ ਲਓ ਵੀ ਕਿਹੜੇ ਸਾਲ ਦੇ ਵਿੱਚ ਉਹ ਜ਼ਮੀਨੀ ਕਿਸ ਤਰ੍ਹਾਂ ਕਿਹਦੇ ਕਬਜ਼ੇ 'ਚ ਜਾ ਕੇ ਕਿਹਦੇ ਨਾਲ ਹੋਈ ਹੈ, ਬੰਦੇ ਫੜ ਲਓ। ਇਹ ਚੋਰੀ ਫੜਨ ਵਾਸਤੇ 72 ਸਾਲਾਂ ਦਾ ਰਿਕਾਰਡ ਪੰਜਾਬ ਦੀ ਨਵੀਂ ਸਰਕਾਰ ਨੂੰ, ਇੱਥੋਂ ਦੇ ਨਵੇਂ ਪੰਚਾਇਤ ਮੰਤਰੀ ਨੂੰ ਤੇ ਉਹਦੇ ਪੰਚਾਇਤ ਮਹਿਕਮੇ ਨੂੰ ਫੋਲਣਾ ਪੈ ਰਿਹਾ। ਕੰਮ ਹੈ ਬਹੁਤ ਔਖਾ। ਇਹ ਵੀ ਪਤਾ ਨਹੀਂ ਗਾ ਕੱਲ੍ਹ ਨੂੰ ਜਾ ਕੇ ਅਦਾਲਤਾਂ ਵਿੱਚ ਕੇਸ ਟਿਕਣੇ ਆ ਕਿ ਨਹੀਂ ਟਿਕਣੇ ਜੀ। ਇੱਥੇ ਬਹੁਤ ਕੁਝ ਹੋ ਜਾਂਦਾ। ਕੱਲ੍ਹ ਨੂੰ ਗਵਾਹ ਹੀ ਮੁੱਕਰ ਜਾਂਦੇ ਆ, ਔਰ ਸਾਡੇ ਪੰਜਾਬ 'ਚ ਗਵਾਹਾਂ ਦੇ ਮੁੱਕਰਨ ਦੇ ਤਰੀਕੇ ਵੀ ਬਹੁਤ ਵੱਖਰੇ ਆ। ਇੱਕ ਕਤਲ ਦੇ ਕੇਸ ਵਿੱਚ ਇੱਕ ਗਵਾਹ ਨਾਲ ਸੌਦਾ ਵੱਜ ਗਿਆ ਸੀ, ਤੂੰ ਗਵਾਹੀ ਨਾ ਦੇਵੇਂ, ਗਵਾਹੀ ਤੋਂ ਮੁੱਕਰ ਜੀ, ਤੇ ਉਹ ਮੰਨ ਗਿਆ ਕਿ ਮੈਂ 2 ਲੱਖ ਰੁਪਏ ਦਊਂਗਾ ਤੇ ਮੁੱਕਰ ਜਾਣਾ। ਮੁੜ ਕੇ ਉਹਨੂੰ ਆਖਿਆ ਤੇਰੇ ਨਾਲ ਦਾ ਫਲਾਨਾ ਬੰਦਾ, ਉਹਦੇ ਨਾਲ ਅਸੀਂ ਗੱਲ ਕੀਤੀ, ਉਹ ਮੰਨਦਾ ਨਹੀਂ, ਤੂੰ ਮਨਾਏਂਗਾ? ਕਹਿੰਦਾ ਮਨਾਉਣ ਦੀ ਲੋੜ ਹੀ ਨਹੀਂ, ਤੁਸੀਂ ਮੈਨੂੰ 2 ਲੱਖ ਦਿੰਦੇ, 2 ਦੇ ਵਜ੍ਹਾ 3 ਕਰ ਦਿਓ, ਉਹਦੀ ਗਵਾਹੀ ਮੈਂ ਆਪੇ ਕੱਟ ਦੂੰ। ਇਹ ਕਿੱਦਾਂ? ਕਹਿੰਦਾ ਮੇਰੇ ਤੇ ਛੱਡ ਦਿਓ ਜੀ। ਅਦਾਲਤ ਵਿੱਚ ਗਿਆ, ਉਹਨਾਂ ਪੁੱਛਿਆ ਉਹ ਤੇਰੇ ਪਿੰਡ ਕਤਲ ਹੋਇਆ? ਕਹਿੰਦਾ ਹੋਇਆ। ਉੱਥੇ ਕੀ ਹੋਇਆ ਸੀ? ਕਹਿੰਦਾ ਜੀ ਝਗੜੇ ਸੀ, ਉਹਨਾਂ 'ਚੋਂ ਇੱਕ ਨੇ ਆਖਿਆ ਮੈਂ ਬੰਦੂਕ ਲਿਆਉਣਾ, ਦੂਜੇ ਨੇ ਆਖਿਆ ਮੈਂ ਲਿਆਉਣਾ। ਜਦੋਂ ਉਹ ਘਰਾਂ ਨੂੰ ਭੱਜ ਗਏ, ਮੈਂ ਆਖਿਆ ਹੁਣ ਤੇ ਕੰਮ ਚੱਲੂ, ਅਜੇ ਮੈਂ ਤੁਰ ਨਹੀਂ ਲੱਗਾ ਤੇ ਉਹਨੇ ਚਨੂੰ ਠਾਠ ਆਵਾਜ਼ ਸੁਣਨ ਲੱਗ ਪਈ। ਮੈਂ ਆਖਿਆ ਆ ਗਏ, ਮੈਂ ਤੇ ਉੱਥੋਂ ਭੱਜਿਆ, ਜੋ ਹੋਇਆ ਮੇਰੇ ਮਗਰੋਂ ਹੋਇਆ।
ਤੇ ਦੂਸਰੇ ਗਵਾਹ ਦਾ ਨਾਂ ਲਿਖ ਕੇ ਕਹਿੰਦਾ ਅਗਲੇ ਪਾਸੇ ਇਹ ਤੁਰਿਆ ਆਉਂਦਾ ਸੀ। ਮੈਂ ਇਹਨੂੰ ਆਖਿਆ ਫੌਜਾਂ ਹਾਂ ਛਦਾਈ ਉੱਥੇ ਤੇ ਮੌਤ ਨੱਚਦੀ ਪਈ, ਗੋਲੀਆਂ ਚੱਲਦੀਆਂ, ਆ ਜਾ। ਮੈਨੂੰ ਵੀ ਰਾਹ ਚੋਂ ਮੋੜ ਕੇ ਲੈ ਗਿਆ। ਆਪਣੀ ਗਵਾਹੀ ਦਾ ਤੇ ਪੱਠਾ ਬਿਠਾਇਆ, ਉਹਦਾ ਵੀ ਬਿਠਾ ਦਿੱਤਾ ਸੀ ਜੀ। ਇੱਥੇ ਪੰਚਾਇਤੀ ਜ਼ਮੀਨਾਂ ਵਾਲੇ ਕੇਸ ਜਦੋਂ ਅਦਾਲਤਾਂ ਜਾਣੇ, ਉੱਥੇ ਜਾ ਕੇ ਕੋਈ ਪਤਾ ਨਹੀਂ ਕੀ ਕੁਝ ਬਣਨਾ। ਪਰ ਹਾਲ ਦੀ ਘੜੀ ਹੈ ਕਿ ਪੰਚਾਇਤ ਮੰਤਰੀ ਤੇ ਉਹਦੀ ਟੀਮ ਕਾਫੀ ਜ਼ਿਆਦਾ ਮਿਹਨਤ ਕਰਦੀ ਪਈ ਹੈ। ਸਿੱਟੇ ਕੀ ਨਿਕਲਣਗੇ ਸਾਨੂੰ ਪਤਾ ਨਹੀਂ, ਪਰ ਇਹ ਤੇ ਪਤਾ ਕਿ ਪੰਜਾਬ 'ਚ ਕਾਲੇ ਮਾਲੇ ਹੋਏ ਆ, ਬਹੁਤ ਤਗੜੇ ਹੋਏ ਆ। ਪੰਜ ਸਾਹਿਬ, ਸ਼ੁਰੂਆਤ ਵਿੱਚ ਘਪਲੇ ਦੀ ਗੱਲ ਕੀਤੀ ਸੀ, ਜਾਂਦੇ ਜਾਂਦੇ ਮੈਨੂੰ ਇਹ ਗੱਲ ਹੋਰ ਯਾਦ ਆ ਗਈ ਹੈ, ਆਂਗਣਵਾੜੀ ਸੈਂਟਰਾਂ ਦੇ ਵਿੱਚ ਘਪਲਾ ਹੋਇਆ ਤੇ ਬੱਚਿਆਂ ਲਈ ਜਿਹੜੇ ਕੰਟੇਨਰ ਮੰਗਾਏ ਸੀ ਸਮਾਨ ਰੱਖਣ ਨੂੰ, ਕਹਿੰਦੇ ਉਹ ਵੀ ਨਕਲੀ ਸੀਗੇ ਤੇ ਬੱਚਿਆਂ ਲਈ ਜਿਹੜਾ ਅਨਾਜ ਸੀ ਉਹਦਾ ਗੱਲ ਹੀ ਛੱਡੋ। ਇਹ ਕਿਸੇ ਨੂੰ ਬਖਸ਼ਣਗੇ ਜਾਂ ਫਿਰ ਨਹੀਂ? ਨਵਜੀਤ ਜੀ, ਇਹ ਘਪਲਾ ਹੋਇਆ 2014 ਤੋਂ ਲੈ ਕੇ 2017 ਤੱਕ। 2017 'ਚ ਕੈਪਟਨ ਅਮਰਿੰਦਰ ਸਿੰਘ ਉਹਦਾ, ਉਸ ਤੋਂ ਪਹਿਲਾਂ ਦਾ ਕੇਂਦਰ ਦੇ ਆਡਿਟ ਅਦਾਰੇ ਕੰਪਟਰੋਲਰ ਆਡੀਟਰ ਜਨਰਲ ਜਿਹਨੂੰ ਕਹਿੰਦੇ, ਉਹਦੀ ਰਿਪੋਰਟ 'ਚ ਗੱਲ ਛਪੀ ਹੈ। ਇੱਕ ਅੰਗਰੇਜ਼ੀ ਤੇ ਇੱਕ ਹਿੰਦੀ ਅਖਬਾਰ ਨੇ ਛਾਪੀ ਹੈ, ਬਾਕੀ ਪੰਜਾਬ ਦੇ, ਪੰਜਾਬੀ ਦੇ, ਹਿੰਦੀ ਦੇ ਅਖਬਾਰਾਂ 'ਚੋਂ ਕਿਸੇ ਦੇ ਵਿੱਚ ਨਹੀਂ ਆਈ ਜੀ। ਉਹਦੇ 'ਚ ਸਾਫ਼ ਦੱਸਿਆ ਗਿਆ ਕਿ ਬੱਚਿਆਂ ਦੀ ਖੁਰਾਕ ਵਾਸਤੇ ਪੈਸੇ ਆਏ ਸੀ, ਉਸ ਪੈਸੇ ਦੇ ਕੰਟੇਨਰ ਖਰੀਦ ਲਏ, ਜਦ ਕਿ ਨਹੀਂ ਸੀ ਖਰੀਦੇ ਜਾ ਸਕਦੇ। ਦੂਜੀ ਗੱਲ ਇਹ ਕਿ ਕੰਟੇਨਰ ਕਹਿ ਕੇ ਕੁਆਂਟਲ ਦੇ ਤੇ ਛੋਟੇ ਖਰੀਦੇ। ਤੀਜੀ ਇਹ ਕਿ ਕੁਆਂਟਲ ਵਾਲੇ ਕੰਟੇਨਰ ਜਿਹੜੇ 800 ਰੁਪਏ ਨੂੰ ਵਿਕਦੇ ਸੀ, ਕੁਝ ਸਰਕਾਰੀ ਮਹਿਕਮਿਆਂ ਨੇ ਵੀ ਖਰੀਦੇ ਸੀ ਤੇ 800 ਨੂੰ ਖਰੀਦੇ ਸੀ। ਪਰ ਜਿਹੜਾ ਸਮਾਜ ਭਲਾਈ ਵਿਭਾਗ ਸੀ ਉਸ ਵਕਤ 2014 ਤੋਂ 2017 ਤੱਕ, ਉਹਨਾਂ ਨੇ ਉਹ ਕੰਟੇਨਰ ਕੁਝ 2400 ਨੂੰ ਖਰੀਦੇ, ਕੁਝ 2900 ਨੂੰ ਖਰੀਦੇ, ਕੁਝ 3400 ਨੂੰ ਖਰੀਦੇ। 4 ਗੁਣੇ ਮੁੱਲ ਦੇ ਉੱਤੇ ਜੇ ਕੰਟੇਨਰ ਖਰੀਦੇ ਗਏ ਤੇ ਇਹ ਤੇ ਉਹੋ ਹੀ ਆ ਜਿਹੜਾ ਸੰਗਤ ਸੋਂ ਗਿਲਜੀਆਂ ਦੇ ਵਕਤ ਰੁੱਖਾਂ ਵਾਸਤੇ ਟਰੀ ਗਾਰਡ ਖਰੀਦੇ 800 ਰੁਪਏ ਵਾਲੇ 2800 ਨੂੰ ਖਰੀਦੇ ਗਏ ਸੀ। ਇਹ ਹੁਣ ਅੱਗੇ ਕਹਿੰਦੇ ਹੁੰਦੇ ਸੀ ਕੱਪੜੇ ਲੱਭਣੇ ਪੈਂਦੇ ਆ, ਇੱਟ ਪੁੱਟਿਆਂ ਕਪੜਾ ਨਿਕਲਦਾ, ਉਹ ਤੇ ਇੱਟ ਪੁੱਟਣ ਦੀ ਲੋੜ ਨਹੀਂ, ਕੱਪੜੇ ਤੇ ਕਪੜਾ ਠਾਹ ਕਪੜਾ ਵੱਜਦਾ, ਜਿੱਥੇ ਮਰਜ਼ੀ ਲੱਭ ਜੀ ਤੁਹਾਨੂੰ ਕੱਪੜੇ ਆਪਣੇ ਆਪ ਹੀ ਦਿਸੀ ਜਾਂਦੇ ਆ, ਕੋਈ ਫੜਨ ਵਾਲਾ ਹੋਵੇ ਸਹੀ। ਬਿਲਕੁਲ ਗੱਲ ਸਹੀ ਲੱਗਦੀ ਹੈ ਪਨੂ ਸਾਹਿਬ। ਬਾਕੀ ਦੇਖਦੇ ਆ ਕਦੋਂ ਕੌਣ ਕਿੱਥੇ ਫੜਦਾ। ਬਾਕੀ ਤੁਸੀਂ ਖਬਰਾਂ ਤੇ ਚਰਚਾ ਕੀਤੀ, ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ। ਸੋ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਣਾ। ਜੇਕਰ ਤੁਹਾਡੇ ਇਲਾਕੇ ਵਿੱਚ ਕੋਈ ਘਪਲਾ ਹੋਇਆ ਤੇ ਟਿੱਪਣੀ ਜ਼ਰੂਰ ਕਰਿਓ, ਕਿਉਂਕਿ ਬਹੁਤ ਸਾਰੇ ਇਲਾਕੇ ਇਸ ਤਰ੍ਹਾਂ ਦੇ ਜਿੱਥੋਂ ਫੋਨ ਆਉਂਦੇ ਰਹਿੰਦੇ ਆ। ਤੇ ਬਾਕੀ ਜੇਕਰ ਘਪਲਾ ਹੋਇਆ ਕੋਸ਼ਿਸ਼ ਕਰਾਂਗੇ ਉੱਤੇ ਗੱਲਬਾਤ ਕਰੀਏ। ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।